ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੀ ਮਰਿਆਦਾ, ਉਹਨਾਂ ਦੀ ਨਿਯੁਕਤੀ, ਬਦਲੇ ਜਾਣਾ, इन चीज़ों को लेके सवाल हो रहे। ਜਥੇਦਾਰ ਸਾਹਿਬ ਨੇ ਕਿਹੜੀ ਜਗ੍ਹਾ ਜਾਣਾ, ਕਿਉਂ ਜਾਣਾ, ਕਿਸ ਲਈ ਜਾਣਾ। ਹੁਣ ਜਥੇਦਾਰ ਸਾਹਿਬ ਕੱਲ ਨੂੰ ਕਹਿਣ ਜੀ ਮੈਂ ਕਿਸੇ ਜਗ੍ਹਾ ਨਾਚ ਹੋ ਰਿਹਾ, ਡਾਂਸ ਹੋ ਰਿਹਾ, ਉੱਥੇ ਜਾਵਾਂ, ਇਹ ਤਾਂ ਸ਼ੋਭਦਾ ਨਹੀਂ। ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ, ਐਕਟਿੰਗ ਜਥੇਦਾਰ, ਉਹਨਾਂ ਦਾ ਮਤਲਬ ਰਾਘਵ ਚੱਡੇ ਦੀ ਸ਼ਗਨ ਦੇ ਉੱਤੇ, ਮੰਗਣੀ ਦੇ ਉੱਤੇ ਜਾਣਾ ਔਰ ਕਿਸ ਤਰੀਕੇ ਦੇ ਨਾਲ ਉਸ ਜਗ੍ਹਾ ਜਿਹੜੀ ਸਿੱਖ ਮਰਿਆਦਾ ਹੈਗੀ ਆ ਉਸ ਦੀ ਉਲੰਘਣਾ ਹੋ ਰਹੀ ਆ, ਉਹਦੇ ਤੇ ਚੁੱਪ ਕਰਕੇ ਬੈਠੇ। ਤੇ ਜੇ ਬੰਦਾ ਆਪ ਉਧਰੇ ਕਿਸੇ ਛੋਟੇ ਮੋਟੇ ਲਾਲਚ ਦੇ ਅਧੀਨ ਇਹੋ ਜਿਹੀ ਜਗ੍ਹਾ ਜਾ ਕੇ ਆਪਣਾ ਲਾਲਚ, ਆਪਣਾ ਸਵਾਰਥ ਪੂਰਾ ਕਰਦਾ, ਉਹਦੇ ਤੇ ਤਾਂ ਕੁਦਰਤੀ ਤੌਰ ਤੇ ਕਿੰਤੂ ਪ੍ਰੰਤੂ ਹੋਵੇਗਾ। ਜਿੱਥੇ ਇਸ ਕਿਸਮ ਦੇ ਨਾਚ ਗਾਣੇ ਹੁੰਦੇ ਆ, ਜਿੱਥੇ ਸ਼ਰਾਬਾਂ ਉੱਡਦੀਆਂ, ਜਿੱਥੇ ਡਾਂਸ ਹੁੰਦੇ ਆ, ਤਾਂ ਕੁਦਰਤੀ ਤੌਰ ਤੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਹਟ ਹੋਣਗੀਆਂ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਹੁਣ ਦਿਨਾਂ ਦੇ ਅੰਦਰ ਸਵਾਲ ਖੜੇ ਹੋ ਰਹੇ ਨੇ ਕਿ ਕੀ ਮਰਿਆਦਾ ਹੈ, ਕੀ ਮਰਿਆਦਾ ਦਾ ਖਿਆਲ ਰੱਖਣਾ ਸੀ ਔਰ ਕਿਆ ਨਿਯੁਕਤੀ ਬਦਲੀ ਜਾਏਗੀ, ਕਿਸੇ ਹੋਰ ਨੂੰ ਨਿਯੁਕਤ ਕੀਤਾ ਜਾਏਗਾ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਆਪਣਾ ਇਤਿਹਾਸ ਹੈ। ਇਤਿਹਾਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਵੀ ਆਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੱਕ ਨੂੰ ਸਜ਼ਾ, ਜਦੋਂ ਰਾਜੇ ਸੀਗੇ ਉਸ ਵੇਲੇ ਵੀ ਸਜ਼ਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਔਰ ਸਜ਼ਾ ਸੁਣਾਈ ਗਈ ਸੀ। ਪਰ ਹੁਣ ਦੇ ਹਾਲਾਤ ਕੀ ਨੇ, ਕਿੰਨਾ ਕੁ ਸਹੀ ਹੈ, ਕਿੰਨੀ ਕੁ ਮਰਿਆਦਾ ਹੈ, ਕਿੰਨੀ ਕੁ ਨਿਯੁਕਤੀ ਬਾਬਤ ਚੀਜ਼ਾਂ ਹੋ ਰਹੀਆਂ ਨੇ, ਗੱਲਬਾਤ ਕਰਾਂਗੇ। ਸਾਡੇ ਨਾਲ ਸਿੱਖ ਬੁੱਧੀਜੀਵੀ ਨੇ ਗੁਰਦਰਸ਼ਨ ਸਿੰਘ ਢਿੱਲੋਂ। ਸਰ, ਕਿਵੇਂ ਚੀਜ਼ਾਂ ਨੂੰ ਦੇਖ ਰਹੇ ਹੋ ਤੁਸੀਂ, ਐਨਾਲਿਸਿਸ ਤੁਹਾਡਾ ਇਸ ਤੇ ਕੀ ਹੈਗਾ? ਕਿਉਂਕਿ ਐਸਜੀਪੀਸੀ ਨੂੰ ਲੈ ਕੇ ਚਲੋ ਚੀਜ਼ਾਂ ਹੁੰਦੀਆਂ, ਅਕਾਲੀ ਦਲ ਨੂੰ ਲੈ ਕੇ ਹੁੰਦੀਆਂ, ਪਰ ਹੁਣ ਸ਼੍ਰੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੀ ਮਰਿਆਦਾ, ਉਹਨਾਂ ਦੀ ਨਿਯੁਕਤੀ, ਬਦਲੇ ਜਾਣਾ, इन चीज़ों को लेके सवाल हो रहे हैं। हाँ जी, TV 18 ਦੇ ਸਤਿਕਾਰਯੋਗ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹ ਬੜਾ ਮਹੱਤਵਪੂਰਨ ਕੁਐਸਚਨ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀ ਪੋਜੀਸ਼ਨ ਆ, ਕੀ ਸਟੇਟਸ ਆ, ਉਸ ਦੀ ਕਿਸ ਤਰ੍ਹਾਂ ਨਿਯੁਕਤੀ ਹੁੰਦੀ ਆ ਤੇ ਕਿਸ ਤਰ੍ਹਾਂ ਉਹ ਆਪਣੀ ਨਿਯੁਕਤੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਦਾ ਪਾਲਨ ਕਰਦੇ ਆ। ਜਿਹੜੀਆਂ ਸਿੱਖ ਟ੍ਰੈਡੀਸ਼ਨਸ ਤੇ ਪ੍ਰੈਕਟਿਸਿਸ ਹੈਗੀਆਂ, ਉਹਨਾਂ ਦੇ ਧਰਮ ਦੇ ਨਾਲ ਤਾਲੁਕ ਰੱਖਦੀਆਂ, ਸਮਾਜ ਦੇ ਨਾਲ ਤਾਲੁਕ ਰੱਖਦੀਆਂ, ਉਹ ਤਾਂ ਜਥੇਦਾਰ ਜੇ ਕੋਈ ਵੀ ਅਕਾਲ ਤਖਤ ਦਾ ਹੋਏਗਾ ਉਸ ਨੂੰ ਉਹਨਾਂ ਚੀਜ਼ਾਂ ਦੇ ਬਾਰੇ ਅਨੁਭਵ ਹੋਣਾ ਚਾਹੀਦਾ, ਰੀਅਲਾਈਜੇਸ਼ਨ ਹੋਣੀ ਚਾਹੀਦੀ ਹੈ। ਤੇ ਇਸੇ ਤਰੀਕੇ ਨਾਲ ਜਿਹੜਾ ਪ੍ਰੋਟੋਕਾਲ ਆ ਉਹ ਇਸੇ ਤਰੀਕੇ ਨਾਲ ਆਬਜ਼ਰਵ ਹੁੰਦਾ ਕਿ ਜਥੇਦਾਰ ਸਾਹਿਬ ਨੇ ਕਿਹੜੀ ਜਗ੍ਹਾ ਜਾਣਾ, ਕਿਉਂ ਜਾਣਾ, ਕਿਸ ਲਈ ਜਾਣਾ। ਹੁਣ ਜਥੇਦਾਰ ਸਾਹਿਬ ਕੱਲ ਨੂੰ ਕਹਿਣ ਜੀ ਮੈਂ ਕਿਸੇ ਜਗ੍ਹਾ ਨਾਚ ਹੋ ਰਿਹਾ, ਡਾਂਸ ਹੋ ਰਿਹਾ, ਉੱਥੇ ਜਾਵਾਂ, ਇਹ ਤਾਂ ਸ਼ੋਭਦਾ ਨਹੀਂ। ਇਹਦੇ ਤੇ ਕੋਈ ਲਿਖਤੀ ਰੂਪ ਤਾਂ ਹੋ ਨਹੀਂ ਸਕਦਾ। ਇਹ ਤਾਂ ਉਹਨਾਂ ਦਾ ਸੈਲਫ ਡਿਸਪਲਿਨ ਹੈ। ਇਹ ਸੈਲਫ ਡਿਸਪਲਿਨ ਆ ਉਸ ਜਿਹੜੀ ਬੜੇ ਇੰਸਟੀਟਿਊਸ਼ਨ ਦੀਆਂ ਟ੍ਰੈਡੀਸ਼ਨਸ ਤੇ ਪ੍ਰੈਕਟਿਸਿਸ ਨੂੰ ਸਮਝਦੇ ਹੋਏ ਕਿ ਮੇਰੀ ਕਿੰਨੀ ਸੀਰੀਅਸ ਜ਼ਿੰਮੇਵਾਰੀ ਹੈ ਕਿ ਮੈਂ ਉਸ ਜ਼ਿੰਮੇਵਾਰੀ ਤੇ ਪੂਰਾ ਉਤਰਨਾ ਔਰ ਸਿੱਖ ਭਾਵਨਾਵਾਂ ਦੇ ਮਤਲਬ ਜੋ ਉਹਨਾਂ ਦੀ ਐਕਸਪੈਕਟੇਸ਼ਨ ਆ ਉਹਨਾਂ ਦੇ ਮੁਤਾਬਕ ਚੱਲਣਾ ਜਾਂ ਨਹੀਂ ਚੱਲਣਾ। ਇਹ ਫੈਸਲਾ ਤਾਂ ਜਥੇਦਾਰ ਸਾਹਿਬ ਨੇ ਆਪ ਕਰਨਾ, ਇਹ ਜੇ ਉਹ ਜ਼ਿੰਮੇਵਾਰ ਹਨ, ਸਮਝੇ ਕਿ ਨਹੀਂ, ਜੇ ਉਹ ਸੀਰੀਅਸ ਹਨ, ਜੇ ਉਹ ਸੁਚੇਤ ਹਨ ਸਿੱਖ ਟ੍ਰੈਡੀਸ਼ਨਸ ਤੇ ਪ੍ਰੈਕਟਿਸਿਸ ਦੇ ਲਈ। ਤੋ ਹੁਣ ਜਿਹੜਾ ਇਸ ਵੇਲੇ ਸਮੱਸਿਆ ਜਿਹੜੀ ਖੜੀ ਹੋਈ ਵੀ ਹੈ ਬਹੁਤ ਭਾਰੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ, ਐਕਟਿੰਗ ਜਥੇਦਾਰ, ਉਹਨਾਂ ਦਾ ਮਤਲਬ ਰਾਘਵ ਚੱਡੇ ਦੀ ਸ਼ਗਨ ਦੇ ਉੱਤੇ, ਮੰਗਣੀ ਦੇ ਉੱਤੇ ਜਾਣਾ ਔਰ ਕਿਸ ਤਰੀਕੇ ਦੇ ਨਾਲ ਉਸ ਜਗ੍ਹਾ ਜਿਹੜੀ ਸਿੱਖ ਮਰਿਆਦਾ ਹੈਗੀ ਆ ਉਸ ਦੀ ਉਲੰਘਣਾ ਹੋ ਰਹੀ ਆ, ਉਹਦੇ ਤੇ ਚੁੱਪ ਕਰਕੇ ਬੈਠੇ ਜਿਹੜਾ। ਪਹਿਲੀ ਗੱਲ ਤਾਂ ਇਹ ਆ ਵੀ ਉਸ ਜਗ੍ਹਾ ਤੇ ਜਾਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਆਪ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਸੀ ਵੀ ਮੈਂ ਕਿਹੜੀ ਜਗ੍ਹਾ ਤੇ ਚੱਲਿਆ, ਕਿਹਦੇ ਉਸ ਸਥਾਨ ਦੇ ਉੱਤੇ ਮੈਂ ਜਾ ਰਿਹਾ, ਕਿਹਦੀ ਮਤਲਬ ਸੈਂਕਟਿਟੀ ਹੈ, ਕਿਸ ਕਿਸਮ ਦੀ ਸੈਂਕਸ਼ਨ ਮਤਲਬ ਹੁੰਦੀ ਆ, ਉਹ ਬੰਦੇ ਦੀ ਕੌਨਸ਼ੀਅਸ ਤੇ ਆਪਣੀ ਮੋਰੈਲਿਟੀ ਦੇ ਉੱਤੇ ਆਧਾਰਿਤ ਹੁੰਦੀ ਹੈ। ਤੇ ਜੇ ਬੰਦਾ ਆਪ ਖੁਦਰੇ ਕਿਸੇ ਛੋਟੇ ਮੋਟੇ ਲਾਲਚ ਦੇ ਅਧੀਨ ਇਹੋ ਜਿਹੀ ਜਗ੍ਹਾ ਜਾ ਕੇ ਆਪਣਾ ਲਾਲਚ, ਆਪਣਾ ਸਵਾਰਥ ਪੂਰਾ ਕਰਦਾ, ਉਹਦੇ ਤੇ ਤਾਂ ਕੁਦਰਤੀ ਤੌਰ ਤੇ ਕਿੰਤੂ ਪ੍ਰੰਤੂ ਹੋਵੇਗਾ।
ਸਵਾਲ ਪੈਦਾ ਹੋਣਗੇ। ਸੋ ਉਸ ਗੱਲ ਦੀ ਜਿਵੇਂ ਹੁਣ ਫਰਜ਼ ਕਰੋ ਹਿੰਦੂਆਂ ਦਾ ਸ਼ੰਕਰਚਾਰਿਆ, ਜੇ ਸ਼ੰਕਰਚਾਰਿਆ ਇੱਕ ਸਿੰਪਲ ਗੱਲ ਹੈ, ਜੇ ਉਹ ਕਿਸੇ ਜਗ੍ਹਾ ਇਹੋ ਜਿਹੀ ਜਗ੍ਹਾ ਜਾਂਦਾ ਜਿੱਥੇ ਇਸ ਕਿਸਮ ਦੇ ਨਾਚ ਗਾਣੇ ਹੁੰਦੇ ਆ, ਜਿੱਥੇ ਸ਼ਰਾਬਾਂ ਉੱਡਦੀਆਂ, ਜਿੱਥੇ ਡਾਂਸ ਹੁੰਦੇ ਆ, ਤਾਂ ਕੁਦਰਤੀ ਤੌਰ ਤੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਹਟ ਹੋਣਗੀਆਂ। ਜਿਸ ਤਰ੍ਹਾਂ ਹਿੰਦੂਆਂ ਦੇ ਧਾਰਮਿਕ ਬੜੇ ਉੱਚੇ ਸਥਾਨ ਤੇ ਸ਼ੰਕਰਚਾਰਿਆ ਹੁੰਦੇ, ਜੇ ਸ਼ੰਕਰਚਾਰਿਆ ਜੀ ਇਸ ਕਿਸਮ ਦੀ ਜਗ੍ਹਾ ਦੇ ਉੱਤੇ ਜਾਣਗੇ ਜਿੱਥੇ ਸ਼ਰਾਬ ਪੀਤੀ ਜਾਵੇ, ਜਿੱਥੇ ਭੰਗੜੇ ਪਾਏ ਜਾਣ, ਡਾਂਸ ਕੀਤੇ ਜਾਣ, ਅਸ਼ਲੀਲ ਕਿਸਮ ਦੀਆਂ ਉੱਥੇ ਬੋਲੀਆਂ ਜਾਂ ਇਸ ਕਿਸਮ ਦੀਆਂ ਚੀਜ਼ਾਂ ਹੋਣ, ਤਾਂ ਕੁਦਰਤੀ ਤੌਰ ਦੇ ਉੱਤੇ ਜਿਹੜੀਆਂ ਹਿੰਦੂਆਂ ਦੀਆਂ ਭਾਵਨਾਵਾਂ ਹਰਟ ਹੋਣਗੀਆਂ। ਇਸੇ ਤਰੀਕੇ ਨਾਲ ਕਿਸੇ ਜਗ੍ਹਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ, ਉਹਦਾ ਸਟੇਟਸ ਜਿਹੜਾ ਪੋਪ ਹੈ, ਜਿਸ ਤਰ੍ਹਾਂ ਈਸਾਈਆਂ ਦਾ, ਰੋਮਨ ਕੈਥੋਲਿਕਸ ਦਾ, ਰੋਮ ਦੇ ਵਿੱਚ ਪੋਪ ਬੈਠਾ, ਉਹਦੀ ਕਿੱਡੀ ਬੜੀ ਮਤਲਬ ਪੋਜੀਸ਼ਨ, ਕਿੱਡਾ ਬੜਾ ਸਟੇਟਸ, ਉਸਦੀ ਇੱਕ ਸਟੇਟਮੈਂਟ ਦਿੱਤੀ ਵੀ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਇੰਪੈਕਟ ਕ੍ਰੀਏਟ ਕਰਦੀ ਹੈ, ਫॉर ਔਰ ਅਗੇਂਸਟ। ਤੋ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ, ਜਿਹੜਾ ਸਾਡਾ ਜਿਹੜੀ ਜੋ ਧਰਮ ਹੈ ਉਸ ਦੇ ਵਿੱਚ ਮੀਰੀ ਪੀਰੀ ਇੱਕੋ ਹੀ ਹੈ, ਇੱਕੋ ਅਸੂਲ ਆ, ਔਰ ਉਸ ਅਸੂਲ ਦੀ ਜਿਹੜੀ ਰਿਪਰੈਜ਼ੈਂਟੇਸ਼ਨ, ਇੰਪਲੀਮੈਂਟੇਸ਼ਨ ਜਿਹੜੀ ਕਰਨੀ ਆ, ਉਹ ਇੱਕ ਕੇਅਰ ਟੇਕਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ। ਮੈਂ ਐਡ ਆਨ ਕਰਾਂ ਦੇ ਨਾਲ ਹੀ ਸਵਾਲ ਕਿ ਇਹ ਮਰਿਆਦਾ ਤੈਅ ਕਿਵੇਂ ਹੋਏਗੀ? ਜਿਵੇਂ ਤੁਸੀਂ ਕਹਤਾ, ਕੱਲੂ ਕੋਈ ਹੋਰ ਕਹੇਗਾ, ਕੋਈ ਇੰਟੈਲੈਕਚੁਅਲ ਕਹੇਗਾ ਜਾਂ ਕੋਈ ਪੋਲੀਟੀਸ਼ੀਅਨ ਕਹਿ ਸਕਦਾ ਹੈ, ਹਰੇਕ ਆਪਣਾ ਵਿਊ ਦੇ ਸਕਦਾ ਹੈ। ਇਹ ਮਰਿਆਦਾ ਦਾ ਧਿਆਨ ਕਿਸ ਤੇ ਕਿੰਤੂ ਪ੍ਰੰਤੂ ਕਿਵੇਂ? ਮਰਿਆਦਾ ਜਿਹੜੀ ਹੁੰਦੀ ਆ ਉਹ ਟ੍ਰੈਡੀਸ਼ਨ ਤੇ ਪ੍ਰੈਕਟਿਸਿਸ ਤੇ ਚੱਲਦੀ ਆ ਤੇ ਲੋਕਾਂ ਦੀਆਂ ਭਾਵਨਾਵਾਂ ਤੇ ਚੱਲਦੀ ਆ। ਜੇ ਤਾਂ ਉਸ ਦਾ ਕੋਈ ਫੈਸਲਾ ਜਾਂ ਉਸ ਦਾ ਕੋਈ ਐਕਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਲੋਕਾਂ ਜਿਹੜੇ ਜਿਸ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਨਾਂ ਦੀਆਂ ਭਾਵਨਾਵਾਂ ਨੂੰ ਹਰਟ ਕਰ ਰਿਹਾ, ਤਾਂ ਕੁਦਰਤੀ ਤੌਰ ਦੇ ਉੱਤੇ ਮਤਲਬ ਉਹ ਅਨੁਕੂਲ ਨਹੀਂ ਹੈ। ਜੇ ਉਹ ਕਿਸੇ ਕਿਸਮ ਦੀ ਉਹਨਾਂ ਦੀਆਂ ਭਾਵਨਾਵਾਂ ਨੂੰ ਸਪੋਰਟ ਦੇ ਰਿਹਾ, ਉਹਨਾਂ ਦੀ ਮਾਨਸਿਕਤਾ ਦੇ ਵਿੱਚ ਉਸ ਦੀ ਐਪਰੀਸੀਏਸ਼ਨ ਹੋ ਰਹੀ, ਕੁਦਰਤੀ ਤੌਰ ਤੇ ਚੰਗਾ ਫੈਸਲਾ। ਜਿਸ ਤਰੀਕੇ ਨਾਲ ਹੁਣ ਕੋਈ ਇਸ ਦਾ ਵਿਧੀ ਵਿਧਾਨ ਨਹੀਂ ਹੁੰਦਾ ਲਿਖਤੀ ਰੂਪ ਦੇ ਉੱਤੇ, ਜਿੱਦਾਂ ਕਮੇਟੀ ਐਸਜੀਪੀਸੀ ਕਰਦੀ ਹੈ, ਤੁਹਾਨੂੰ ਨਹੀਂ ਐਸਜੀਪੀਸੀ ਤੋਂ ਵੀ ਉੱਪਰ ਉਸ ਦੀ ਪੋਜੀਸ਼ਨ ਹੈ। ਜੇ ਦੇਖ ਐਸਜੀਪੀਸੀ ਤੋਂ ਵੀ ਉੱਪਰ ਉਸ ਦੀ ਪੋਜੀਸ਼ਨ ਹੈ। ਹੁਣ ਜੇ ਕੱਲ ਨੂੰ ਕੋਈ ਬੰਦਾ ਇਹ ਕਹੇ ਵੀ ਐਸ ਇੰਡੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਸ ਨੂੰ ਇਲੈਕਟ ਤਾਂ ਕਰ ਰਹੀਆਂ ਨਾ ਪਾਰਲੀਮੈਂਟ ਤੇ ਲੈਜਿਸਲੇਚਰਸ ਜਿਹੜੀਆਂ ਹੈਗੀਆਂ, ਪਰ ਉਹ ਜਦੋਂ ਬਣ ਜਾਂਦਾ ਤਾਂ ਫਿਰ ਉਹਨਾਂ ਦੇ ਉੱਪਰ ਹੋ ਜਾਂਦਾ, ਤਾਂ ਉਸ ਨੇ ਮਤਲਬ ਕਿਸ ਜਗ੍ਹਾ ਜਾਣਾ ਉਹਦਾ ਇੱਕ ਪ੍ਰੋਟੋਕਾਲ ਹੈ। ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਸ ਦਾ ਇੱਕ ਅਨਰਿਟਨ ਪ੍ਰੋਟੋਕਾਲ ਹੈ। ਉਹਨੂੰ ਸਮਝਣਾ ਚਾਹੀਦਾ ਵੀ ਸਿੱਖਾਂ ਦੀਆਂ ਕੀ ਰਾਇਤਾਂ ਹੈਗੀਆਂ, ਕੀ ਉਹਨਾਂ ਦੀ ਮਰਿਆਦਾ ਹੈ, ਕੀ ਉਹਨਾਂ ਦੀਆਂ ਟ੍ਰੈਡੀਸ਼ਨਸ ਹੈ, ਕੀ ਉਹਨਾਂ ਦੀ ਪ੍ਰੈਕਟਿਸ ਹੈ, ਕਿਉਂਕਿ ਉਸ ਨੂੰ ਤਾਂ ਕੋਈ ਦੱਸਣ ਵਾਲਾ ਨਹੀਂ ਨਾ, ਉਹ ਤਾਂ ਆਪ ਹੀ ਉਸ ਨੂੰ ਸਮਝ ਲੈਣਾ ਚਾਹੀਦਾ ਵੀ ਸਿੱਖ ਇਤਿਹਾਸ ਕੀ ਕਹਿ ਰਿਹਾ, तो सिख भावनावां की कह रही हैं, सिख ट्रेडिशंस ते प्रैक्टिसेस की कह रही हैं, समझे नहीं जी। तो इस करके इस दा कोई विधि विधान लिखती रूप च नहीं हुंदा, वो अनरिटन कॉन्स्टिट्यूशन हुंदा। हुण इंग्लैंड दा जिहड़ा सारा कॉन्स्टिट्यूशन है ओदा किसी ने नहीं लिखिया हुआ, अनरिटन कॉन्स्टिट्यूशन है बेस्ड ऑन ट्रेडिशंस एंड प्रैक्टिसेस। ਇਹ ਨਿਯੁਕਤੀ ਜਥੇਦਾਰ ਉਹਨਾਂ ਦੀ ਹੁੰਦੀ ਕਿਵੇਂ ਜੀ, ਜੇ ਆਮ ਲੋਕਾਂ ਨੇ ਇਹ ਪ੍ਰੋਸੈਸ ਸਮਝਣਾ? ਆਮ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪੋਪ ਦੀ ਨਿਯੁਕਤੀ, ਸ਼ੰਕਰਚਾਰਿਆ ਦੀ ਨਿਯੁਕਤੀ, ਉਹ ਇੱਕ ਪ੍ਰੋਸੈਸ ਹੈਗਾ ਆਪਣੇ ਆਪਣੇ ਧਰਮ ਦੇ ਖੇਤਰ ਦੇ ਵਿੱਚ, ਠੀਕ ਹੈ। ਜਥੇਦਾਰ ਦਾ ਜਿਹੜਾ ਪ੍ਰੋਸੈਸ ਹੈ ਇਸ ਵੇਲੇ ਜਿਹੜਾ ਪ੍ਰੈਵਲੈਂਟ ਹੈ ਉਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਇਲੈਕਟਿਡ ਯਾਨੀ ਰਿਪਰੈਜ਼ੈਂਟੇਟਿਵ ਬਾਡੀ ਹੈ ਉਹ ਉਹਨਾਂ ਨੂੰ ਨਿਯੁਕਤੀ ਕਰ ਦਿੰਦੇ ਆ। ਹੁਣ ਜੇ ਉਸ ਦੀ ਨਿਯੁਕਤੀ ਦਾ ਕੋਈ ਵਿਧਾਨ ਨਹੀਂ ਬਣਿਆ ਜਾ ਸਕਦਾ, ਉਹਦਾ ਵਿਧਾਨ ਅਨਰਿਟਨ ਹੀ ਹੋਏਗਾ ਸਿੱਖਾਂ ਦੀਆਂ ਭਾਵਨਾਵਾਂ ਦੇ ਮੁਤਾਬਕ, ਸਿੱਖਾਂ ਦੀਆਂ ਟ੍ਰੈਡੀਸ਼ਨਸ ਤੇ ਪ੍ਰੈਕਟਿਸਿਸ ਦੇ ਮੁਤਾਬਕ। ਹੁਣ ਜੇ ਕੱਲ ਨੂੰ ਕੋਈ ਮਤਲਬ ਫਰਜ਼ ਕਰੋ ਜਥੇਦਾਰ ਜਾ ਕੇ ਉੱਥੇ ਪਿਕਚਰ ਹਾਲ ਦੇ ਵਿੱਚ ਕੋਈ ਅਸ਼ਲੀਲ ਕਿਸਮ ਦੀਆਂ ਪਿਕਚਰਾਂ ਦੇਖਣ ਲੱਗ ਜੇ ਤਾਂ ਉਹ ਨਹੀਂ ਨਾ ਠੀਕ ਹੈਗਾ, ਕੁਦਰਤੀ ਤੌਰ ਤੇ ਨਹੀਂ ਠੀਕ ਹੈਗਾ। ਤਾਂ ਇਸੇ ਤਰੀਕੇ ਨਾਲ ਪੋਪ ਕਿੱਥੇ ਜਾਂਦਾ, ਕਿਉਂ ਜਾਂਦਾ, ਕੀ ਕਹਿੰਦਾ,
ਉਹਦੀ ਸਾਰੀ ਦੁਨੀਆ ਦੇ ਵਿੱਚ ਜਿਹੜੀ ਰੋਮਨ ਕੈਥੋਲਿਕ ਵਰਲਡ ਹੈ ਉਸ ਨੂੰ ਸਿਰ ਝੁਕਾ ਕੇ ਮੰਨਦੀ ਜੀ। ਹੈ ਮੰਨਦੀ ਹੈ ਨਾ। ਇਸੇ ਤਰੀਕੇ ਨਾਲ ਸ਼ੰਕਰਚਾਰੀਆ ਜਦੋਂ ਕੋਈ ਗੱਲ ਕਹਿੰਦਾ ਉਹਦੀ ਗੱਲ ਸਾਰੇ ਮਤਲਬ ਹਿੰਦੂ ਜਗਤ ਦੇ ਵਿੱਚ ਮੰਨੀ ਜਾਂਦੀ ਹੈ, ਸਤਿਕਾਰਤ ਕੀਤਾ ਜਾਂਦਾ ਉਹਨੂੰ। ਇਸੇ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪ ਸੋਚੇ, ਆਪ ਸਮਝੇ, ਆਪ ਵਿਚਾਰੇ, ਆਪ ਫੈਸਲਾ ਕਰੇ ਵੀ ਮੈਂ ਕਿੱਥੇ ਜਾਣਾ ਤੇ ਕੀ ਕਹਿਣਾ। ਜੇ ਉਹ ਜਿਵੇਂ ਰਾਘਵ ਚੱਡਾ ਦਾ ਤੁਸੀਂ ਵੀ ਜ਼ਿਕਰ ਕੀਤਾ ਉੱਥੇ ਹੋ ਗਏ, ਇਹ ਚੀਜ਼ਾਂ ਜੇ ਜਾਣੇ ਅਣਜਾਣੇ ਉਹਨਾਂ ਨੂੰ ਮਰਿਆਦਾ ਦਾ ਜੇ ਹੁੰਦਾ ਹੈ ਕੁਝ ਜਿਸ ਤੇ ਲੋਕ ਸਵਾਲ ਖੜੇ ਕਰਦੇ ਨੇ ਕੋਈ ਬੁੱਧੀਜੀਵੀ, ਤਾਂ ਇਸ ਦਾ ਹੱਲ ਕੀ ਹੈ ਜੀ? ਕਿਆ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਜਾਂ ਕੋਈ ਆਪਣੀ ਮੋਰਲ ਰਿਸਪੌਂਸਿਬਿਲਿਟੀ ਹੈ ਨਾ ਉਸ ਦੀ, ਜਿਸ ਤਰ੍ਹਾਂ ਹੁਣ ਪ੍ਰੈਜ਼ੀਡੈਂਟ ਇੰਡੀਆ ਦਾ ਹੈ, ਇੱਕ ਡੈਕੋਰੇਟਿਵ ਇੰਸਟੀਟਿਊਸ਼ਨ ਆ ਇੰਡੀਆ ਦਾ। ਪ੍ਰੈਜ਼ੀਡੈਂਟ ਨੇ ਕਿੱਥੇ ਜਾਣਾ, ਕਿਉਂ ਜਾਣਾ, ਕੀ ਕਰਨ ਜਾਣਾ, ਇਹਦਾ ਤਾਂ ਇੱਕ ਫੈਸਲਾ ਪ੍ਰੈਜ਼ੀਡੈਂਟ ਕਰੇਗਾ। ਜੇ ਪ੍ਰੈਜ਼ੀਡੈਂਟ ਐਵੇਂ ਗਲੀਆਂ 'ਚ ਤੁਰਦਾ ਫਿਰਦਾ ਹੋਵੇ ਤਾਂ ਉਹਦੀ ਸਤਿਕਾਰ ਕਿਉਂ ਹੋਏਗਾ? ਉਹਦਾ ਸਤਿਕਾਰ ਇਸੇ ਕਰਕੇ ਹੋਏਗਾ ਕਿ ਉਹ ਆਪਣੇ ਪ੍ਰੋਟੋਕਾਲ ਨੂੰ ਆਪਣੇ ਡਿਸਪਲਿਨ 'ਚ ਰਹਿ ਕੇ, ਸੈਲਫ ਡਿਸਪਲਿਨ, ਸੈਲਫ ਰੀਅਲਾਈਜੇਸ਼ਨ, ਇਹ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੁੰਦੀ ਹੈ। ਹੁਣ ਜੇ ਫਰਜ਼ ਕਰੋ ਕੋਈ ਵੀ ਬੰਦਾ, ਮੈਂ ਛੋਟੀਆਂ ਮੋਟੀਆਂ ਗੱਲਾਂ ਕਰਦਾ, ਜਿਵੇਂ ਫਰਜ਼ ਕਰੋ ਕੋਈ ਪ੍ਰੋਫੈਸਰ ਯੂਨੀਵਰਸਿਟੀ ਦਾ ਗਲੀਆਂ ਦੇ ਵਿੱਚ ਜਾ ਕੇ ਸ਼ਰਾਬ ਪੀ ਕੇ ਤੁਰਦਾ ਫਿਰੇ ਤਾਂ ਉਹਨੂੰ ਨਹੀਂ ਨਾ ਮੁਨਾਸਬ ਮੰਨਿਆ ਜਾਏਗਾ। ਉਹਦਾ ਆਪਣਾ ਡਿਸਪਲਿਨ ਆ ਵੀ ਮੈਂ ਬੱਚਿਆਂ ਦੇ ਉੱਤੇ ਕਿਸ ਤਰੀਕੇ ਨਾਲ ਪ੍ਰਭਾਵ ਛੱਡਣਾ, ਮੈਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਡਿਸਪਲਿਨ ਬਣਾਉਣਾ। ਉਹ ਇੱਕ ਰੋਲ ਮਾਡਲ ਹੈ ਫॉर ਦੀ ਚਿਲਡਰਨ, ਜਿਨ੍ਹਾਂ ਨੂੰ ਬੱਚਿਆਂ ਨੂੰ, ਸਟੂਡੈਂਟਸ ਨੂੰ, ਜਿਨ੍ਹਾਂ ਨੂੰ ਪੜ੍ਹਾਉਂਦਾ। ਇਸੇ ਤਰੀਕੇ ਦੇ ਨਾਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹ ਰੋਲ ਮਾਡਲ ਆ ਸਿੱਖ ਕਮਿਊਨਿਟੀ ਲਈ ਆਲ ਓਵਰ ਦੀ ਵਰਲਡ। ਅੱਜ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਸ਼੍ਰੀ ਅਕਾਲ ਤਖਤ ਸਾਹਿਬ ਸਿਰਮੌਰ ਸੰਸਥਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿਰਮੌਰ ਸੰਸਥਾ ਸਿੱਖਾਂ ਦੀ ਵਨ ਆਫ ਦੀ ਹਾਈਐਸਟ ਜਿਹੜਾ ਇੰਸਟੀਟਿਊਸ਼ਨ ਹੈ, ਸਮਝੇ ਕਿ ਨਹੀਂ, ਜਿਸ ਦੀ ਮਤਲਬ ਜਿਹੜਾ ਜਥੇਦਾਰ ਆ ਉਹ ਕੇਅਰ ਟੇਕਰ ਆ। ਉਸਦਾ ਕੇਅਰ ਟੇਕਰ ਨੂੰ ਮਤਲਬ ਜਿਵੇਂ ਫਰਜ਼ ਕਰੋ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਕਿਸੇ ਸਕੂਲ ਦਾ ਪ੍ਰਿੰਸੀਪਲ ਆ, ਕਿਸੇ ਕਾਲਜ ਦਾ ਪ੍ਰਿੰਸੀਪਲ ਆ, ਉਹਨੇ ਆਪ ਵੀ ਦੇਖਣਾ ਨਾ ਵੀ ਮੈਂ ਕੀ ਕਰਾਂ ਤਾਂ ਕਿਸ ਤਰ੍ਹਾਂ ਮੇਰਾ ਪ੍ਰਭਾਵ ਸਮਾਜ ਦੇ ਵਿੱਚ ਪਊਗਾ, ਬੱਚਿਆਂ ਦੇ ਵਿੱਚ ਪਊਗਾ, ਔਰ ਬੱਚੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਹੋ ਕੇ ਚੰਗੇ ਮਤਲਬ ਸਿਟੀਜ਼ਨ ਬਣਨਗੇ, ਚੰਗੇ ਸਮਾਜੀ ਬਣਨਗੇ। ਮਰਿਆਦਾ ਦਾ ਉਲੰਘਣ ਹੋਇਆ ਜੀ ਤੁਹਾਨੂੰ ਲੱਗਦਾ? ਆਫ ਕੋਰਸ ਹੋਇਆ, ਦੇਰ ਇਜ਼ ਨੋ ਡਾਊਟ ਅਬਾਊਟ ਦੈਟ, ਬਿਲਕੁਲ ਹੋਇਆ। ਔਰ ਇਹ ਗੱਲ ਐਵੇਂ ਥੋੜ੍ਹਾ ਕਹੀ ਜਾ ਰਹੀ ਹੈ। ਕੋਈ ਲੋਕ ਜੇ ਕਿਸੇ ਚੀਜ਼ ਨੂੰ ਅਨੁਕੂਲ ਨਹੀਂ ਸਮਝ ਰਹੇ, ਮੁਨਾਸਬ ਨਹੀਂ ਸਮਝ ਰਹੇ, ਤਾਂ ਹੀ ਉਹ ਰਿਐਕਟ ਕਰ ਰਹੇ। ਉਹ ਕੋਈ ਉਹਦੇ ਜਥੇਦਾਰ ਦੇ ਦੁਸ਼ਮਣ ਨਹੀਂ, ਉਹ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਹਰਟ ਹੋਈਆਂ ਤਾਂ ਉਹ ਚਾਹੁੰਦੇ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣੀਆਂ ਪਰੰਪਰਾਵਾਂ ਮੁਤਾਬਕ ਜਿਸ ਇੰਸਟੀਟਿਊਸ਼ਨ ਦਾ ਉਹ ਕੇਅਰ ਟੇਕਰ ਹੈਗਾ ਉਸ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਤੇ ਪ੍ਰੈਕਟਿਸਿਸ ਜਿਹੜੀਆਂ ਉਹਦੀਆਂ ਐਕਸਪੈਕਟੇਸ਼ਨਸ ਆ ਉਹਦੇ ਮੁਤਾਬਕ ਕੰਮ ਕਰੇ। ਕਰਨਾ ਕੀ ਚਾਹੀਦਾ ਫਿਰ ਜੀ ਇਸ ਤੇ ਸ਼੍ਰੋਮਣੀ ਕਮੇਟੀ ਨੂੰ, ਜਾਂ ਕੀ ਕੀਤਾ ਜਾ ਸਕਦਾ? ਉਹਦੇ ਵਿੱਚ ਸਿੰਪਲੀ ਇੱਕ ਗੱਲ ਹੈ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹਨੂੰ ਪੰਥ ਸਿਰਮੌਰ ਆ, ਪੰਥ ਸੁਪਰੀਮ ਆ, ਗ੍ਰੰਥ ਤੇ ਪੰਥ ਸੁਪਰੀਮ ਆ, ਉਹ ਗੁਰੂ ਮਹਾਰਾਜ ਦੇ ਅੱਗੇ ਤਾਬਿਆਂ ਦੇ ਵਿੱਚ ਜਾ ਕੇ ਕਹੇ ਵੀ ਮੇਰੇ ਤੋਂ ਇੱਕ ਭੁੱਲ ਹੋ ਗਈ, ਮੈਨੂੰ ਮਹਾਰਾਜ ਬਖਸ਼ ਲੇ। ਗੁਰੂ ਗ੍ਰੰਥ ਸਾਹਿਬ ਸਾਡਾ ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਆ, ਉਸ ਦੇ ਅੱਗੇ ਖੜਾ ਹੋ ਕੇ ਕਹੇ ਮੈਨੂੰ ਬਖਸ਼ ਲਓ, ਮੇਰੇ ਤੋਂ ਹੋ ਗਈ ਗਲਤੀ, ਮੇਰੇ ਤੋਂ ਹੋ ਗਈ ਭੁੱਲ। ਤਾਂ ਮਤਲਬ ਜਿਹੜਾ ਪੰਥ ਆ ਉਹ ਵੀ ਬਖਸ਼ਣਹਾਰ ਆ, ਗੁਰੂ ਵੀ ਬਖਸ਼ਣਹਾਰ, ਬਖਸ਼ ਦਿੰਦਾ। ਜੇ ਕੋਈ ਸਿੱਧੀ ਸਾਦੀ ਮਤਲਬ ਭਾਵਨਾਵਾਂ ਨਾਲ ਉੱਥੇ ਜਾ ਕੇ ਖੜਾ ਹੋ ਕੇ ਗੱਲ ਕਹੇ ਨਹੀਂ ਮੇਰੇ ਤੋਂ ਇਹ ਹੋ ਗਈ ਗਲਤੀ, ਮੈਂ ਅੱਗੇ ਤੋਂ ਇਸ ਕਿਸਮ ਦੀ ਗਲਤੀ ਨਹੀਂ ਕਰੂੰਗਾ, ਔਰ ਮੈਂ ਉਸੇ ਤਰੀਕੇ ਨਾਲ ਸਿੱਖ ਭਾਵਨਾਵਾਂ ਦਾ ਖਿਆਲ ਰੱਖੂੰਗਾ ਜਿਸ ਤਰ੍ਹਾਂ ਵੱਡੇ ਜਿਹੜੇ ਸਾਡੇ ਜਥੇਦਾਰ ਹੋਏ ਆ ਇਤਿਹਾਸ ਦੇ ਵਿੱਚ, ਉਹਨਾਂ ਨੇ ਉਸੇ ਤਰੀਕੇ ਨਾਲ ਇਸ ਜਿਹੜੀ ਸੰਸਥਾ ਹੈ ਇਸ ਨੂੰ ਫੁੱਲ ਚੜਾਏ ਆ। ਮਹਾਰਾਜਾ ਰਣਜੀਤ ਸਿੰਘ ਨੂੰ ਜਿਵੇਂ ਮੈਂ ਵੀ ਜ਼ਿਕਰ ਕੀਤਾ, ਰਣਜੀਤ ਸਿੰਘ ਵੇਲੇ ਵੀ ਦੇਖੋ ਮਹਾਰਾਜਾ ਰਣਜੀਤ ਸਿੰਘ ਤੋਂ ਕੋਈ ਭੁੱਲ ਹੋਈ ਤਾਂ ਉਸ ਵੇਲੇ ਦੇ ਜਿਹੜੇ ਜਥੇਦਾਰ ਸਾਹਿਬ ਸੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਬੁਲਾ ਲਿਆ, ਸੰਮਨ ਕਰ ਲਿਆ ਉਹਨਾਂ ਨੇ। ਦੇਖੋ ਇਹ ਬੜੱਪਨ ਮਹਾਰਾਜਾ ਰਣਜੀਤ ਸਿੰਘ ਦਾ ਵੀ ਹੈ, ਇਹ ਬੜੱਪਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਦਾ ਵੀ ਹੈ। ਔਰ ਉਹਨਾਂ ਨੇ ਸਿੱਧੇ ਤੌਰ ਹੋ ਕੇ ਕਿਹਾ ਵੀ ਮੈਂ ਸਮਰਪਿਤ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਜੋ ਹੁਕਮ ਉਹਨਾਂ ਦਾ ਹੋਏਗਾ, ਜੋ ਸਜ਼ਾ ਮੈਨੂੰ ਦੇਣੀ ਹੈ ਮੈਨੂੰ ਦਿਓ। ਉਹਨਾਂ ਨੇ ਸਜ਼ਾ ਦਿੱਤੀ, ਉਹਨਾਂ ਨੇ ਸਜ਼ਾ ਲਿੱਤੀ, ਤਾਂ ਉਸ ਦੇ ਨਾਲ ਦੋਨਾਂ ਦਾ ਕੱਦ ਵੱਡਾ ਹੋਇਆ।
ਜਥੇਦਾਰ ਸਾਹਿਬ ਦਾ ਤਾਂ ਹੋਣਾ ਹੀ ਸੀ, ਉਹ ਤਾਂ ਵੱਡੇ ਤੋਂ ਵੱਡਾ ਕੱਦ ਹੀ ਆ, ਲੇਕਿਨ ਉਹਨਾਂ ਦੀ ਵੀ ਸਤਿਕਾਰ ਸਾਰੇ ਸਿੱਖ ਸਮਾਜ ਦੇ ਵਿੱਚ ਵਧਿਆ। ਇਸੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵੀ ਸਤਿਕਾਰ ਸਿੱਖਾਂ 'ਚ ਬਹੁਤ ਵਧਿਆ, ਉਹ ਬੜੇ ਹੋਏ ਇਸ ਗੱਲ ਦੇ ਨਾਲ। ਹੁਣ ਚਰਚਾ ਇਹ ਹੈ ਕਿ ਜਥੇਦਾਰ ਪਰਮਾਨੈਂਟ ਤਰੀਕੇ ਤੇ ਲਗਾ ਦੇਣੇ ਚਾਹੀਦੇ ਨੇ। ਦੇਖੋ ਉਹ ਤਾਂ ਆਪੇ, ਜੇ ਜਥੇਦਾਰ ਆਪਣੇ ਕਰਮਾਂ ਦੇ ਨਾਲ, ਆਪਣੇ ਮਤਲਬ ਜੋ ਵੀ ਉਹਦੇ ਜੋ ਉਹਦੇ ਕਰਮ ਆ ਉਹਨਾਂ ਦੇ ਨਾਲ ਚੱਲੇਗਾ, ਲੋਕਾਂ ਦੀਆਂ ਭਾਵਨਾਵਾਂ ਨਾਲ ਉੱਠੇਗਾ, ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਇੱਜ਼ਤ ਵਧੇਗੀ, ਤਾਂ ਉਹ ਪੱਕਾ ਹੀ ਰਹੇਗਾ। ਫਿਰ ਉਸ ਨੂੰ ਕੋਈ ਹਟਾਉਣ ਵਾਲਾ ਕਿਉਂ ਹੋਊਗਾ? ਬਦਲ ਕੇ ਕਹਿੰਦੇ ਕੋਈ ਹੋਰ ਲਿਖਾ ਨਹੀਂ, ਦੇਖੋ ਬਦਲ ਕੇ ਤਾਂ ਮੇਰੀ ਗੱਲ ਹੀ ਨਹੀਂ ਸਮਝ। ਜੇ ਉਹ ਠੀਕ ਚੱਲੇਗਾ, ਸਿੱਖਾਂ ਦੇ ਦਿਲਾਂ ਦੇ ਵਿੱਚ ਉਸ ਦਾ ਮਾਣ ਸਤਿਕਾਰ ਵਧੇਗਾ, ਤਾਂ ਕੋਈ ਉਹਨੂੰ ਹਟਾਉਣ ਵਾਲਾ ਹੈ ਹੀ ਨਹੀਂ। ਜੇ ਉਹ ਆਪਣੇ ਮਤਲਬ ਕਰਤੱਵ ਦੇ ਨਾਲ, ਆਪਣੇ ਇਸ ਕਿਸਮ ਦੀਆਂ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਉਸ ਦੇ ਨਾਲ ਉਹਦੇ ਤੇ ਕਿੰਤੂ ਪਰੰਤੂ ਹੋਏਗਾ, ਤਾਂ ਕੁਦਰਤੀ ਤੌਰ ਤੇ ਉਹਦੀ ਪੋਜੀਸ਼ਨ ਕਮਜ਼ੋਰ ਹੋਏਗੀ। ਠੀਕ ਹੈ ਕਿ ਨਹੀਂ? ਗੁਰਦਰਸ਼ਨ ਸਿੰਘ ਢਿੱਲੋਂ ਗੱਲਬਾਤ ਕਰ ਰਹੇ ਸੀ ਕਿ ਜਥੇਦਾਰ ਸਾਹਿਬ ਦਾ ਬਹੁਤ ਵੱਡਾ ਅਹੁਦਾ ਹੈ ਔਰ ਇਹ ਸਿਰਮੌਰ ਸੰਸਥਾ ਹੈ, ਔਰ ਇਸ ਤੇ ਮਰਿਆਦਾ ਦਾ ਕੋਈ हैंड रिटन या लिखती रूप च कोई कागजात नहीं है, पर इन्ना जरूर है कि इसका ख्याल खुद तो रखा जाता है। जो इंसीडेंट होया जिस करके जिस तो बाद चर्चा उठी, मंग उठी कि हटाया जाना चाहिए, तो उत्थे भी मर्यादा का उल्लंघन जिहड़ा है वो होया है। कैमरामैन रजिंदर दे नाल अमन भारद्वाज, न्यूज़ 18 चंडीगढ़।